ਵਾਹਿਗੁਰੂ। ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ। ਸ਼ਰਮ ਥਾਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਧਾਈ। ਅਬ ਮੋਹੇ ਜੀਵਨ ਪਦਵੀ ਪਾਈ, ਜੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸਰਨਾਈ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਸਾਧ ਸੰਗਤ ਜੀ, ਰਸਨਾ ਪਵਿੱਤਰ ਕਰੋ। ਦੋਵੇਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਪਿਆਰ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਗੁਰਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ। ਅੱਜ ਦੇ ਪਾਵਨ ਦਿਹਾੜੇ ਨੂੰ ਮੁੱਖ ਰੱਖਦਿਆਂ ਭਾਈ ਸੁਖਰਾਜ ਸਿੰਘ ਜੀ ਨੇ ਸ਼ਬਦ ਪੜ੍ਹਿਆ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਅੱਜ ਚੋਜੀ ਪਿਆਰੇ ਕਲਗੀਧਰ ਸੁਆਮੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣਾ ਦਿਵਸ ਹੈ। ਮੈਂ ਉਸ ਪ੍ਰਥਾਏ ਬੇਨਤੀ ਕਰਾਂ ਕਿ ਜੋਤ ਕਿੱਥੋਂ ਪ੍ਰਗਟ ਹੋਈ ਤੇ ਅਗੰਮੀ ਜੋਤ ਕਿੱਥੇ ਜਾ ਕਰਕੇ ਸਮਾ ਗਈ ਹੈ। ਅਰਬਦ ਨਰਬਦ ਧੁੰਦੂਕਾਰਾ ਹੈ, ਕੇਵਲ ਤੇ ਕੇਵਲ ਸੁਨ ਸਮਾਧ ਹੈ। ਸਾਰੇ ਬ੍ਰਹਮੰਡ ਦੇ ਵਿੱਚ ਇੱਕ ਓੰਕਾਰ ਦੀ ਧੁਨੀ ਗੂੰਜ ਰਹੀ ਹੈ। ਉਸ ਇੱਕ ਓੰਕਾਰ ਦੀ ਧੁਨੀ ਨੇ ਕੀਤਾ ਪਸਾਉ, ਏਕੋ ਕਵਾਉ ਤਿਸਤੇ ਹੋਏ ਲਖ ਦਰਿਆਓ। ਉਹ ਇੱਕ ਓੰਕਾਰ ਦੀ ਧੁਨੀ ਨੇ ਅਗੰਮੀ ਖੇਡ ਵਰਤਾਈ। ਉਸ ਸ਼ਬਦ ਦੀ ਧੁਨੀ ਨੇ ਜੋਤ ਪ੍ਰਗਟ ਕੀਤੀ, ਗੁਰੂ ਨਾਨਕ ਦੇ ਰੂਪ ਦਾ ਆਕਾਰ ਧਾਰ ਲਿਆ। ਨਿਰੰਕਾਰ ਨੇ ਨਾਨਕ ਸਦਵਾਇਆ ਤੇ ਉਸ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਨਾਨਕਾਣਾ ਸਾਹਿਬ ਦੀ ਧਰਤੀ ਤੋਂ ਲੈ ਕਰਕੇ 4 ਉਦਾਸੀਆਂ ਕੀਤੀਆਂ, ਜਗਤ ਤਾਰਿਆ। ਉਹ ਜੋਤ ਆਪਣੀ ਰਫਤਾਰ ਦੇ ਨਾਲ ਚੱਲਦੀ ਰਹੀ। ਉਹੀ ਜੋਤ ਫਿਰ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਖਡੂਰ ਸਾਹਿਬ ਸ਼ੋਭੀ। ਉਹ ਜੋਤ ਫਿਰ ਸੰਗਤਾਂ ਦੇ ਉੱਤੇ ਰਹਿਮਤਾਂ ਦਾ ਮੀਂਹ ਵਰਸਾਉਂਦੇ ਹੋਏ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਜੀ ਦੇ ਰੂਪ ਦੇ ਵਿੱਚ ਸ਼ੋਭੀ। ਉਹੀ ਜੋਤ ਸੋਢੀ ਸੁਲਤਾਨ ਗੁਰੂ ਰਾਮਦਾਸ ਦੇ ਰੂਪ ਵਿੱਚ ਉਜਾਗਰ ਹੋਈ। ਉਹ ਅਗੰਮੀ ਜੋਤ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ ਉਜਾਗਰ ਹੋਈ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਉਸ ਅਗੰਮੀ ਜੋਤ ਨੇ ਮੀਰੀ ਪੀਰੀ ਦਾ ਸਿਧਾਂਤ ਬਖਸ਼ਿਆ। ਉਸ ਉਪਰੰਤ ਇਹ ਅਗੰਮੀ ਜੋਤ ਕੀਰਤਪੁਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਤਾਉਂਦੀ ਹੈ। ਇਹੀ ਅਗੰਮੀ ਜੋਤ ਫਿਰ ਪੰਜੋਖੜਾ ਸਾਹਿਬ ਦੀ ਧਰਤੀ ਤੇ 8ਵੇਂ ਜਾਮੇ ਦੇ ਵਿੱਚ ਗੂੰਗਿਆਂ ਤੋਂ ਕਥਾ ਕਰਾਉਂਦੀ ਹੈ। ਇਹੀ 9ਵੀਂ ਜੋਤ ਦਿੱਲੀ ਚਾਂਦਨੀ ਚੌਕ ਵਿੱਚ ਲਾਲ ਕਿਲੇ ਦੇ ਸਾਹਮਣੇ ਸੀਸ ਧੜ ਤੋਂ ਜੁਦਾ ਕਰਾ ਕੇ ਧਰਮ ਦੀ ਵਿਆਖਿਆ ਕਰਦੀ ਹੈ। ਬਸ ਹੁਣ ਇਹ ਅਗੰਮੀ ਜੋਤ ਪਟਨੇ ਦੀ ਧਰਤੀ ਤੇ ਪ੍ਰਗਟ ਹੋਈ ਹੈ। 10ਵਾਂ ਸਰੂਪ ਧਾਰਨ ਕੀਤਾ, ਪਰ 10ਵੇਂ ਸਰੂਪ ਦੀ ਐਸੀ ਬਾਕਮਾਲ ਵਡਿਆਈ ਹੈ। ਕਹਿੰਦੇ ਜਿਸ ਤਰ੍ਹਾਂ ਬੱਦਲ ਮੇਘ ਕਿਸੇ ਤੋਂ ਕੁਝ ਮੰਗਦਾ ਨਹੀਂ, ਬਲਕਿ ਬੱਦਲ ਜਿੱਧਰੋਂ ਵੀ ਲੰਘਦਾ ਕੁਝ ਨਾ ਕੁਝ ਦੇ ਕੇ ਜਾਂਦਾ ਹੈ, ਵਰਖਾ ਕਰਕੇ ਜਾਂਦਾ ਹੈ। ਇਹ ਜੋਤ ਦਾ 10ਵਾਂ ਸਰੂਪ ਐਸਾ ਰਹਿਮਤਾਂ ਭਰਿਆ ਹੈ। ਇਹ ਜਿੱਧਰੋਂ ਵੀ ਲੰਘਿਆ ਇਹਨੇ ਕੁਝ ਨਾ ਕੁਝ ਦਿੱਤਾ ਹੀ ਹੈ, ਮੰਗਿਆ ਕੁਝ ਵੀ ਨਹੀਂ। ਜੇ ਪਟਨੇ ਦੀ ਧਰਤੀ ਤੇ ਗੰਗਾ ਦੇ ਕੋਲ ਖੜੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਹੈ। ਲੋਕ ਗੰਗਾ ਦਾ ਇਸ਼ਨਾਨ ਕਰਕੇ ਗੰਗਾ ਕੋਲੋਂ ਵੀ ਮੰਗਦੇ ਆ, ਪਰ ਕਲਗੀਆਂ ਵਾਲੇ ਪਾਤਸ਼ਾਹ ਨੇ ਗੰਗਾ ਤੋਂ ਮੰਗਿਆ ਨਹੀਂ, ਗੰਗਾ ਨੂੰ ਵੀ ਆਪਣੇ ਹੱਥਾਂ ਦੇ ਕੰਗਣ ਦਾਨ ਵਿੱਚ ਦੇ ਦਿੱਤੇ। ਉਸੇ ਗੰਗਾ ਦੇ ਕਿਨਾਰੇ ਤੇ ਪੰਡਿਤ ਸ਼ਿਵਦੱਤ ਹੈ। ਪੰਡਿਤ ਸ਼ਿਵਦੱਤ ਜਿਸ ਸਰੂਪ ਦਾ ਧਿਆਨ ਟਿਕਾ ਕੇ ਰਾਮ ਜਪ ਕਰ ਰਿਹਾ, ਉਸ ਪੰਡਿਤ ਸ਼ਿਵਦੱਤ ਤੋਂ ਵੀ ਮੰਗਿਆ ਨਹੀਂ। ਪੰਡਿਤ ਸ਼ਿਵਦੱਤ ਨੂੰ ਵੀ ਕਲਗੀਆਂ ਵਾਲੇ ਪਾਤਸ਼ਾਹ ਨੇ ਉਸੇ ਮੁਰਸ਼ਦ ਦੇ ਰੂਪ ਦੇ ਵਿੱਚ ਰਾਮ ਰੂਪ ਵਿੱਚ ਦੀਦਾਰੇ ਬਖਸ਼ ਦਿੱਤੇ। ਇਹ ਅਗੰਮੀ ਜੋਤ ਪਟਨੇ ਦੀ ਧਰਤੀ ਤੇ ਰਾਜਾ ਫਤਿਹ ਚੰਦ ਰਾਣੀ ਮੈਣੀ
ਉਹ ਪੁੱਤਰ ਮੰਗਦੀ ਹੈ। ਅਗੰਮੀ ਜੋਤ ਐਸੀ ਦਿਆਲਤਾ ਦਾ ਸੋਮਾ ਰੱਖਦੀ ਹੈ ਕਿ ਦੀਨ ਦੁਨੀਆ ਦਾ ਮਾਲਕ ਉਸ ਬੇਔਲਾਦੀ ਮਾਂ ਦੀ ਝੋਲੀ ਭਰਨ ਵਾਸਤੇ ਉਸ ਨੂੰ ਮਾਂ ਕਹਿਣ ਲੱਗ ਜਾਂਦੀ ਹੈ। ਇਹ ਅਗੰਮੀ ਜੋਤ ਪਟਨਾ ਸਾਹਿਬ ਦੀ ਧਰਤੀ ਤੋਂ ਤੁਰੀ ਅਨੰਦਪੁਰ ਸਾਹਿਬ ਪਹੁੰਚੀ ਤੇ 1675 ਤੋਂ ਲੈ ਕਰਕੇ 1684 ਤੱਕ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੀ ਟਿਕੀ। ਫਿਰ ਇਸੇ ਅਨੰਦਪੁਰ ਦੀ ਧਰਤੀ ਤੇ ਪੰਡਤਾਂ ਨੇ ਤਿਲਕ ਜੰਝੂ ਦੀ ਰਾਖੀ ਵਾਸਤੇ ਕਿਸੇ ਦੀ ਕੁਰਬਾਨੀ ਮੰਗੀ। ਇਸ ਅਗੰਮੀ ਜੋਤ ਨੇ ਆਪਣੇ ਪਿਤਾ ਦਾ ਸੀਸ ਦੇ ਉੱਤੋਂ ਸਾਇਆ ਉਠਾ ਕੇ ਉਹਨਾਂ ਦੇ ਧਰਮ ਦੀ ਰੱਖਿਆ ਕਰ ਲਈ। ਹੁਣ ਇਹ ਅਗੰਮੀ ਜੋਤ 1684 ਤੋਂ ਬਾਅਦ ਪਾਉਂਟਾ ਸਾਹਿਬ ਦੀ ਧਰਤੀ ਤੇ ਗਈ ਤੇ ਉਸ ਅਗੰਮੀ ਜੋਤ ਨੇ ਪਾਉਂਟਾ ਸਾਹਿਬ ਦੀ ਧਰਤੀ ਤੇ ਜਮਨਾ ਦੇ ਕਿਨਾਰੇ ਤੂੰ ਹੀ ਜਪਿਆ ਤੇ ਪਾਉਂਟਾ ਸਾਹਿਬ ਦੇ ਲਾਗੇ ਭੰਗਾਣੀ ਦਾ ਯੁੱਧ ਕੀਤਾ। ਇਸ ਅਗੰਮੀ ਜੋਤ ਨੇ ਇੱਕ ਹੋਰ ਸਿੱਖਿਆ ਦਿੱਤੀ, ਭੰਗਾਣੀ ਦਾ ਯੁੱਧ ਜਿੱਤ ਤੇ ਆਪਣੇ ਨਾਮ ਦਾ ਦਾਅਵਾ ਨਹੀਂ ਕੀਤਾ। ਕਿਆ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਜੇ ਗੁਰੂ ਗੋਬਿੰਦ ਸਿੰਘ ਦੀ ਫਤਿਹ ਹੋਈ ਹੈ ਤੇ ਅਕਾਲ ਪੁਰਖ ਦੀ ਰਹਿਮਤ ਨਾਲ ਹੋਈ ਹੈ। ਇਹ ਅਗੰਮੀ ਜੋਤ ਫਿਰ ਵਾਪਸ ਆਈ 1687 ਨੂੰ ਅਨੰਦਪੁਰ ਦੀ ਧਰਤੀ ਤੇ। 1684 ਤੋਂ 1687 ਤੱਕ ਪਾਉਂਟਾ ਸਾਹਿਬ, 1687 ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਗੰਮੀ ਜੋਤ ਆਈ ਤੇ ਅਗੰਮੀ ਜੋਤ ਨੇ ਫਿਰ ਕਰਹੂੰ ਖਾਲਸਾ ਪੰਥ ਤੀਸਰ ਪ੍ਰਵੇਸ਼ਾ, ਜਗੇ ਸਿੰਘ ਜੋਧੇ ਧਰੇ ਨੀਲ ਭੇਸਾ। ਇਸ ਅਗੰਮੀ ਜੋਤ ਨੇ ਨਿਲੰਬਰ ਧਾਰੀ ਖਾਲਸਾ ਪੰਥ ਪ੍ਰਗਟ ਕਰ ਦਿੱਤਾ। ਉਸੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਫਿਰ ਇਸ ਅਗੰਮੀ ਜੋਤ ਨੇ ਹੋਲੇ ਮਹੱਲੇ ਸਜਾਏ। ਉਸੇ ਅਨੰਦਪੁਰ ਦੀ ਧਰਤੀ ਤੇ ਕਿਲੇ ਬਣਾਏ। ਫਿਰ ਸਮਾਂ ਆਇਆ, ਅਗੰਮੀ ਜੋਤ ਨੇ ਆਨੰਦਾਂ ਦੀ ਪੂਰੀ ਨੂੰ ਵੀ ਛੱਡ ਦਿੱਤਾ। ਚਮਕੌਰ ਦੀ ਗੜੀ ਦੇ ਵਿੱਚ ਜੋਤ ਪਹੁੰਚੀ ਤੇ 2 ਲਖਤੇ ਜ਼ਿਗਰ ਚਮਕੌਰ ਦੀ ਗੜੀ ਨੂੰ ਦੇ ਦਿੱਤੇ ਤੇ ਉਸ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲੇ ਤੇ 2 ਲਖਤੇ ਜ਼ਿਗਰ ਵੇਖੋ ਸਰਹੰਦ ਦੀ ਧਰਤੀ ਨੂੰ ਦਿੱਤੇ ਤੇ ਖੁਦ ਸਾਰਾ ਸਰਬੰਸ ਕੁਰਬਾਨ ਕਰਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਕੰਡਿਆਂ ਦੀ ਸੇਜ ਦੇ ਉੱਤੇ ਲੰਮੇ ਪੈ ਕੇ ਇਸ ਜੋਤ ਨੇ ਕਿਹਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਰਾਏਕੋਟ ਦੀ ਧਰਤੀ ਤੇ ਨੂਰੇ ਮਾਹੀ ਦੀ ਭਾਵਨਾ ਨੂੰ ਭਾਗ ਲਾਏ। ਉਸ ਤੋਂ ਬਾਅਦ ਜ਼ਫਰਨਾਮੇ ਦੀ ਧਰਤੀ ਦੇ ਉੱਤੇ ਉਹ ਰੰਗੇ ਨੂੰ ਜ਼ਫਰਨਾਮਾ ਲੈ ਕੇ ਭੇਜਿਆ। ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾਕੁਨ ਰਹੀਮ। ਐਸੀ ਕਲਮ ਚਲਾਈ, ਉਸ ਵੀਰ ਰਸ ਕਲਮ ਦੇ ਦੀਦਾਰੇ ਕਰਕੇ ਉਹ ਰੰਗੇ ਦੀ ਉੱਥੇ ਹੀ ਮੌਤ ਹੋ ਗਈ। ਪਰ ਅਗੰਮੀ ਜੋਤ ਦਮਦਮੇ ਦੀ ਧਰਤੀ ਤੇ ਪਹੁੰਚੀ ਤੇ ਦਮਦਮੇ ਦੀ ਧਰਤੀ ਤੇ ਜਿੱਥੇ ਦਮ ਲਿਆ ਉੱਥੇ ਅਗੰਮੀ ਜੋਤ ਨੇ 9ਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਇਕੱਤਰਿਤ ਕੀਤੀ। ਦੁਬਾਰਾ ਸੰਪਾਦਨਾ ਹੋਈ। ਅਗੰਮੀ ਜੋਤ ਬਹਾਦਰ ਸ਼ਾਹ ਨੂੰ ਤਾਰਦੇ ਹੋਏ ਦਿੱਲੀ ਦੀ ਧਰਤੀ ਤੋਂ ਹੁੰਦੇ ਹੋਏ ਹੁਣ 9 ਨੰਦਾਂ ਦੀ ਧਰਤੀ ਤੇ ਪਹੁੰਚੀ ਹੈ। ਤੇ ਵੇਖੋ, ਜਦੋਂ ਪਟਨਾ ਸਾਹਿਬ ਸੀ ਇਹ ਜੋਤ ਤੇ ਗੰਗਾ ਨੂੰ ਕੰਗਣ ਦਿੱਤੇ, ਹੁਣ ਜਦੋਂ ਹਜੂਰ ਸਾਹਿਬ ਦੀ ਧਰਤੀ ਤੇ ਜੋਤ ਪਹੁੰਚੀ ਤੇ ਸਾਹਮਣੇ ਗੰਗਾ ਨਹੀਂ ਗੋਦਾਵਰੀ ਹੈ ਤੇ ਇਸ ਜੋਤ ਨੇ ਗੋਦਾਵਰੀ ਨੂੰ ਨਗੀਨੇ ਤੇ ਹੀਰੇ ਰੋੜ ਕੇ ਵਿਖਾ ਦਿੱਤੇ। ਤੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਲਗੀਧਰ ਦੇ ਸਰੂਪ ਵਿੱਚ ਅਗੰਮੀ ਜੋਤ ਕਹਿ ਰਹੀ ਹੋਵੇ ਕਿ ਮੈਨੂੰ ਨਾ ਸੋਨੇ ਦੇ ਕੰਗਣ ਚਾਹੀਦੇ ਨੇ, ਸਿੱਖਾ ਨਾ ਮੈਨੂੰ ਤੇਰੇ ਵੱਲੋਂ ਦਿੱਤੇ ਹੋਏ ਨਗੀਨੇ ਹੀਰੇ ਚਾਹੀਦੇ ਨੇ, ਬਲਕਿ ਮੈਨੂੰ ਤੇ ਤੇਰੇ ਵੱਲੋਂ ਮਿਲੀ ਹੋਈ ਪ੍ਰੇਮ ਭਾਵਨਾ ਭੇਟਾ ਵਜੋਂ ਚਾਹੀਦੀ ਹੈ। ਮੈਂ ਹੀਰਿਆਂ ਖਾਤਰ ਨਗੀਨਿਆਂ ਖਾਤਰ ਮਾਤ ਲੋਕ ਵਿੱਚ ਨਹੀਂ ਆਇਆ, ਮੈਂ ਤਾਂ ਡਿੱਗੀ ਹੋਈ ਮਾਨਵਤਾ ਨੂੰ ਉਤਾਂਹ ਉਠਾਉਣ ਵਾਸਤੇ ਆਇਆ। ਕਿਤੇ ਪੌਂਟੇ ਦੀ ਧਰਤੀ ਤੇ ਕਵੀ ਦਰਬਾਰ ਹੋਇਆ, ਕਿਤੇ ਲੱਖੀ ਜੰਗਲ ਕਵੀ ਦਰਬਾਰ ਹੋਇਆ, ਹੁਣ 9 ਨੰਦਾਂ ਦੀ ਧਰਤੀ ਤੇ ਸਜੇ ਤੇ ਇੱਥੇ ਵੀ ਕਲਗੀਆਂ ਵਾਲੇ ਦੀ ਸਿਫਤਾਂ ਲਿਖਣ ਵਾਲੇ ਲੱਖਾਂ ਹੀ ਆ ਗਏ। ਇੱਕ ਬਿਹਾਰੀ ਦਾਸ ਆਇਆ, ਉਹਨਾਂ ਨੇ ਬਹੁਤ ਸੋਹਣੀ ਕਲਮ ਫਿਰ 9 ਨੰਦਾਂ ਦੀ ਧਰਤੀ ਤੇ ਚਲਾਈ। ਨੰਦੇੜ ਦੀ ਧਰਤੀ ਤੇ ਉਹਨਾਂ ਨੇ ਲਿਖਿਆ, ਕਹਿੰਦੇ ਲਟਕ ਤੁਸਾਂ ਦੀ ਲੋਟਨ ਕੀਤੀ, ਫਿਰਾਂ ਲੁਟਿੰਦੀ ਰਾਹੀਂ,
ਲਟਕ ਤੁਸਾਂ ਦੀ ਲੋਟਨ ਕੀਤੀ ਫਿਰਾਂ ਲੁਟੇਂਦੀ ਰਾਹੀਂ। ਜਾਂ ਸੋਵਾਂ ਤੂੰ ਨਾਲ ਸੋਵੇਂ ਜਾਂ ਚੱਲਾਂ ਉੱਠ ਰਾਹੀਂ। ਗੁਰੂ ਗੋਬਿੰਦ ਸਿੰਘ ਜਦ ਭੀਤਰ ਵੇਖਾਂ ਤੂੰ ਹੈ ਮੈਂ ਨਾਹੀਂ। ਬਿਹਾਰੀ ਦਾਸ ਕਹਿਣ ਲੱਗਾ ਪਾਤਸ਼ਾਹ ਹੁਣ ਐਸੀ ਪ੍ਰੇਮ ਭਾਵਨਾ ਪ੍ਰਗਟ ਹੋ ਗਈ, ਅੰਦਰ ਵੇਖਦਾ ਤੇ ਤੂੰ ਹੀ ਨਜ਼ਰ ਆਉਂਦਾ। ਉਸੇ ਨੰਦੇੜ ਦੀ ਧਰਤੀ ਤੇ ਫਿਰ ਬਿਹਾਰੀ ਦਾਸ ਨੇ ਕਿਹਾ, ਗੁਰੂ ਗੋਬਿੰਦ ਜਿਨ੍ਹਾਂ ਦੇ ਸਿਰ ਤੇ ਤਿਨਾ ਕਮੀ ਨਾ ਕਾਈ, ਕਰਨ ਅਰਦਾਸ ਸੰਗਤ ਕੇ ਆਗੇ ਸਤਿਗੁਰ ਹੋਏ ਸਹਾਈ। ਮੇਰੇ ਕਹਿਣ ਤੋਂ ਭਾਵ ਐਸੇ ਐਸੇ ਪ੍ਰੇਮ ਭਾਵਨਾ ਵਾਲੇ ਗੁਰਸਿੱਖ ਨੰਦੇੜ ਦੀ ਧਰਤੀ ਤੇ ਆਏ। ਮਾਧੋ ਦਾਸ ਵੈਰਾਗੀ ਨੂੰ ਵੈਰਾਗੀ ਤੋਂ ਬਹਾਦਰ ਬਣਾ ਕੇ ਪੰਜਾਬ ਭੇਜਿਆ ਤੇ ਸਮਾਂ ਆਇਆ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਤੰਦੇ ਤੇ ਚੜਾ ਕੇ ਖਿੱਚਿਆ ਤੇ ਸਤਿਗੁਰੂ ਨੇ ਉਹ ਅਸਥਾਨ ਪ੍ਰਗਟ ਕੀਤਾ ਜੋ ਸਤਿਗੁਰੂ ਦਾ ਪੂਰਬਲਾ ਤਪ ਸਥਾਨ ਸੀ, ਜਿੱਥੇ ਅੱਜ ਸੱਚਖੰਡ ਤਖਤ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਹਾਂ। ਇਹ ਸਤਿਗੁਰੂ ਦਾ ਪੂਰਬਲਾ ਤਪ ਸਥਾਨ ਸੀ, ਇਹਨੂੰ ਪ੍ਰਗਟ ਕੀਤਾ ਕਲਗੀਧਰ ਪਾਤਸ਼ਾਹ ਨੇ। ਤੇ ਵੇਖੋ ਹੁਣ ਅੱਜ ਦਾ ਉਹ ਦਿਨ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ 10ਵੇਂ ਸਰੂਪ ਵਿੱਚ ਜੋਤ ਵਰਤ ਰਹੀ, ਪਰ ਅੱਜ ਜੋਤ ਨੇ ਸਮਾ ਜਾਣਾ। ਜੋਤ ਸ਼ੁਰੂ ਇੱਕ ਓੰਕਾਰ ਤੋਂ ਹੋਈ ਹੈ, ਸ਼ਬਦ ਤੋਂ ਹੋਈ ਹੈ। ਅੱਜ ਜੋਤ ਨੇ ਸਮਾਉਣਾ ਵੀ ਸ਼ਬਦ ਵਿੱਚ ਹੈ। ਸਮਾਂ ਆਇਆ, ਵੇਖੋ ਆਪਾਂ ਸਾਰੇ ਜਾਣਦੇ ਕਿ ਵਜ਼ੀਰ ਖਾਂ ਨੇ 2 ਪਠਾਨ ਭੇਜੇ ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਜੀ ਤੇ ਵਾਰ ਕੀਤਾ। ਪਰ ਕਹਿੰਦੇ ਜਦੋਂ ਪਠਾਨ ਨੰਦੇੜ ਦੀ ਧਰਤੀ ਤੇ ਪਹੁੰਚੇ ਸਾਰੀ ਸੰਗਤ ਸਜੀ। ਸਤਿਗੁਰੂ ਨੇ ਸੰਗਤ ਵਿੱਚੋਂ ਕਿਸੇ ਨੂੰ ਨਹੀਂ ਬੁਲਾਇਆ। ਪਠਾਨਾਂ ਨੂੰ ਵੇਖ ਕੇ ਹੱਸ ਕੇ ਕਹਿੰਦੇ ਤੁਸਾਂ ਦੀ ਉਡੀਕ ਸੀ, ਤੁਸੀਂ ਵੀ ਸਮੇਂ ਸਿਰ ਪਹੁੰਚ ਹੀ ਗਏ। ਕਲਗੀਆਂ ਵਾਲੇ ਨੂੰ ਪਹਿਲਾਂ ਹੀ ਪਤਾ ਹੈ ਕਿ ਸਤਿਗੁਰੂ ਨੇ ਚੋਜ ਕੀ ਵਰਤਾਉਣਾ ਹੈ। ਹੁਣ ਧੰਨ ਗੁਰੂ ਗੋਬਿੰਦ ਸਿੰਘ ਇਕਾਂਤ ਵਿੱਚ ਆਰਾਮ ਕਰਦੇ, ਪਾਪੀ ਪਠਾਨਾਂ ਨੇ ਆ ਕੇ ਖੰਜਰ ਚਲਾਇਆ। ਖੰਜਰ ਚਲਾਇਆ, ਧੰਨ ਗੁਰੂ ਗੋਬਿੰਦ ਸਿੰਘ ਨੇ ਪਲਕ ਝਪਕਣ ਤੋਂ ਪਹਿਲਾਂ ਹੀ ਹੱਥ ਵਿੱਚ ਸ਼ਮਸ਼ੀਰ ਪਕੜ ਕੇ ਐਸਾ ਵਾਰ ਕੀਤਾ ਕਿ ਜਮਸ਼ੇਦ ਖਾਂ ਉੱਥੇ ਹੀ ਝਟਕਾ ਦਿੱਤਾ, ਉੱਥੇ ਹੀ ਸੋਧਿਆ ਗਿਆ। ਪਰ ਦਰਦ ਦੇ ਕਾਰਨ ਕਹਿੰਦੇ ਪਠਾਨ ਦੇ ਮੁਖੋਂ ਨਿਕਲਿਆ, ਹਾਏ ਅੰਮਾ। ਵੇਖੋ ਕਲਗੀਆਂ ਵਾਲੇ ਪਾਤਸ਼ਾਹ ਤੇ ਵਾਰ ਕਰਨ ਆਇਆ, ਪਰ ਮਹਾਰਾਜ ਅਖੀਰ ਸਮੇਂ ਵੀ ਸਿੱਖਿਆ ਦਿੰਦੇ ਆ ਪਠਾਨ ਕੇ ਬੇਟੇ, अम्मा का समा नहीं, खुदा बोलो, अल्लाह को याद करो, अब अम्मा का समा नहीं। उदों भी महाराज ने सिक्ख्या दी। दूसरा पठान वो सिखां ने झटका दिता। पर धन गुरु गोबिंद सिंह महाराज जी दे तन दे उत्ते डूंगा जख्म होया। उस जख्म नूं आके अंग्रेज डॉक्टर ने टांके लाए। समा आया बंदी छोड़ दिवस, दिवाली वाले दिन अज भी सचखंड श्री हजूर साहिब सतगुरां दे सारे शस्त्र प्रकाश करके सेवा हुंदी है। कहंदे कलगियां वाले पातशाह दे शस्त्र प्रकाश करके सेवा हो रही सी। बहादुर शाह दे कुछ वजीर गए, शस्त्रां नूं वेख्या, कलगियां वाले दे दीदारे किते, वेख्या एक तीर है बहुत वड्डे आकार विच, सूरजमुखी तीर उहनूं कहा जांदा है। मन विच फुरना आया कि तीर केवल दर्शनां वास्ते है कि कोई चलाउंदा भी है। घट घट के अंतर की जानत सतगुरु ने मन दा फुरना जानिया। सतगुरु ने तीर खिंच के आकाश वल छड्डिया, ओदे मन दे फुरने नूं भी जाण लिया, पर सतगुरु दा जख्म दे टांके फिर फट गए, लहू निकलन लग पिया। ते चोजी प्यारे सतगुरु ने उत्थे फिर सिखां नूं हौसला दिता कि भाई दया सिंह जी, भाई संतोख सिंह जी, हुण समा आ गया, हुण परमात्मा दे हुक्म नूं मनना पैना। सतगुरु ने धन गुरु ग्रंथ साहिब महाराज सच्चे पातशाह नूं गुरियाई दा तिलक दिता ते लगातार कीर्तन चल रहा। पर अज वाले दिन कहंदे चोजी प्यारे सतगुरु गुरु गोबिंद सिंह महाराज कलगीधर जी कहंदे अज जदों महाराज तैयार बर तैयार होके बाहर निकले ते पंधनामा उस समय का इतिहास दसदा है। पंधनामे दे शब्द ने कहंदे कलगियां वाले प्रीतम ने तन दे उत्ते नीला बाणा धारण किया। चोजी प्यारे सतगुरु दे सीस ते नीलंबर धारी नीला दमाला, दमाले दे उत्ते कलगी शोभदी है। चेहरे दे उत्ते इतना कि जलाल है, कहंदे सूरज वाल ते एक बार निगाह भर के वेख्या जा सकदा है, पर अज दे दिन बाजां वाले दे चेहरे वाल कोई वेख भी नहीं सी सकदा। धन गुरु गोबिंद सिंह जी आए, अमृत वेले दा दीवान सजिया,
ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਸਤਿਗੁਰੂ ਨੇ ਬਚਨ ਕਰ ਦਿੱਤਾ ਕਿ ਚੰਦਨ ਦੀ ਚਿਖਾ ਤਿਆਰ ਕਰ ਦਿੱਤੀ ਜਾਵੇ। ਸਿੱਖਾਂ ਦੇ ਹਿਰਦਿਆਂ ਦੇ ਅੰਦਰੋਂ ਵੈਰਾਗ ਉਪਜਿਆ, ਉਹ ਬਿਹਬਲਤਾ ਉਪਜੀ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕਹਿੰਦੇ ਇਹ ਬਚਨ ਕੀਤਾ, ਕਹਿੰਦੇ ਸਿੱਖੋ ਅੱਜ ਸੰਧਿਆ ਸਮੇਂ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਅਸੀਂ ਚੋਜ ਵਰਤਾ ਜਾਵਾਂਗੇ, ਉਹਨਾਂ ਚਿਰ ਤੁਸਾਂ ਦੇ ਨਾਲ ਬਚਨ ਕਰਾਂਗੇ। ਖਾਲਸਾ ਮੇਰੀ ਜਾਨ ਕੀ ਜਾਨ ਹੈ, ਮੈਂ ਅਖੀਰਲੇ ਸਮੇਂ ਖਾਲਸੇ ਨਾਲ ਬਚਨ ਕਰਨੇ ਚਾਹੁੰਦਾ। ਫਿਰ ਜੋ 52 ਬਚਨ ਹਜੂਰ ਸਾਹਿਬ ਆਪਾਂ ਨੂੰ ਮਿਲਦੇ ਆ, ਉਹ ਬਾਬਾ ਰਾਮ ਕੋਇਰ ਜੀ, ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ਜ, ਉਹਨਾਂ ਨੇ ਨਾਲ ਨਾਲ ਆਪਣੀ ਕਿਤਾਬ ਦੇ ਵਿੱਚ ਲਿਖ ਲਏ, ਉਹਨਾਂ ਦੇ ਹਸਤ ਲਿਖਤ ਮਿਲਦੇ ਆ। 52 ਬਚਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਦੁਹਰਾਏ। ਸੰਧਿਆ ਸਮੇਂ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ ਰਾਗੀ ਸਿੰਘਾਂ ਨੂੰ ਕਿ ਅੱਜ ਦੇ ਦਿਨ ਸ਼ਬਦ ਪੜਿਓ, ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਮ ਥਾਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਧਾਈ, ਅਬ ਮੋਹੇ ਜੀਵਨ ਪਦਵੀ ਪਾਈ। ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਆਰਤੀ ਆਰਤੇ ਦੇ ਜਾਪ ਹੋਏ। ਰਾਗੀ ਸਿੰਘਾਂ ਨੇ ਸ਼ਬਦ ਸ਼ੁਰੂ ਕੀਤਾ, ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ। ਤੇ ਇੱਕ ਪਾਸੇ ਕਲਗੀਆਂ ਵਾਲੇ ਦੀ ਲਵਾਈ ਹੋਈ ਕਨਾਤ ਦੇ ਅੰਦਰ ਚੰਦਨ ਦੀ ਚਿਖਾ, ਕਹਿੰਦੇ ਚੋਜੀ ਪਿਆਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਜੀ ਉਸ ਕਨਾਤ ਵੱਲ ਵਧੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਚੰਦਨ ਦੀ ਚਿਖਾ ਵੱਲ ਵਧੇ। ਸਤਿਗੁਰੂ ਨੇ ਖਾਲਸੇ ਵੱਲ ਵੇਖਿਆ। ਸੰਗਤ ਜੀ, ਖਾਲਸੇ ਦੇ ਹਿਰਦੇ ਉਹ ਸੰਭਲੇ ਨਾ, ਭਾਵੇਂ ਕਿ ਸਤਿਗੁਰੂ ਨੇ ਖਾਲਸੇ ਨੂੰ ਸ਼ਬਦ ਨਾਲ ਜੋੜਿਆ, ਪਰ ਧੰਨ ਗੁਰੂ ਗੋਬਿੰਦ ਸਿੰਘ ਦੇ ਪ੍ਰੇਮ ਦੇ ਵਿੱਚ ਭਿੱਜੇ। ਖਾਲਸੇ ਨੇ ਇੱਕ ਵਾਰ ਦੁਹਾਈ ਪਾਈ, ਭੁੱਬਾਂ ਮਾਰ ਕੇ ਰੋਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਬਾਰਾ ਫਿਰ ਮੁੜ ਕੇ ਖਾਲਸੇ ਵੱਲ ਵੇਖਿਆ। 2 ਬਚਨ ਖਾਲਸੇ ਨੂੰ ਕੀਤੇ, ਖਾਲਸਾ ਜੀ ਸ਼ਬਦ ਦੇ ਪੁਜਾਰੀ ਹੋਣਾ, ਸ਼ਬਦ ਦਾ ਅਭਿਆਸ ਕਰਨਾ, ਤੇ ਜਦੋਂ ਵੀ ਗੁਰੂ ਗ੍ਰੰਥ ਦੇ ਦੀਦਾਰਿਆਂ ਲਈ ਆਉਣਾ, ਸ਼ਸਤਰਧਾਰੀ ਹੋ ਕੇ ਆਉਣਾ। ਮੈਂ ਤੁਹਾਨੂੰ ਸਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦੀਦਾਰੇ ਬਖਸ਼ਾਂਗਾ ਜਦੋਂ ਤੱਕ ਸ਼ਬਦ ਦੇ ਅਭਿਆਸੀ ਹੋਵੋਗੇ, ਤਨ ਦੇ ਉੱਤੇ ਸ਼ਸਤਰ ਸਜਾਵੋਗੇ। ਖਾਲਸਾ ਜੀ ਤੁਹਾਡਾ ਦੁਨੀਆ ਦੇ ਤਖਤੇ ਤੇ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ। ਸਾਰੇ ਰਾਜ ਦੁਨੀਆ ਦੇ ਤਖਤ ਆ ਕੇ ਤੁਹਾਡੇ ਕਦਮ ਚੁੰਮਿਆ ਕਰਨਗੇ। ਇਹ ਬਚਨ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਅੰਦਰ ਗਏ। ਚੰਦਨ ਦੀ ਚਿਖਾ ਤਿਆਰ ਹੈ। ਸਤਿਗੁਰੂ ਲੇਟੇ ਨਹੀਂ, ਸਤਿਗੁਰੂ ਉਹਦੇ ਉੱਤੇ ਚੌਂਕੜਾ ਲਾ ਕਰਕੇ ਬੈਠ ਗਏ। ਸਤਿਗੁਰੂ ਨੇ ਆਪਣੇ ਸਾਹਮਣੇ ਆਪਣੇ ਤੀਰਾਂ ਵਾਲਾ ਪੱਥਾ, ਗਾਤਰੇ ਦੇ ਵਿੱਚੋਂ 3 ਫੁੱਟ ਦੀ ਸ਼ਮਸ਼ੀਰ ਉਹ ਸਤਿਗੁਰੂ ਨੇ ਕੱਢ ਕੇ ਰੱਖੀ ਹੈ। ਕਹਿੰਦੇ ਕਲਗੀਧਰ ਪਾਤਸ਼ਾਹ ਜੀ ਨੇ ਨੇਤਰ ਬੰਦ ਕਰਕੇ ਇੱਕ ਓੰਕਾਰ ਦੀ ਧੁਨੀ ਅਲਾਪੀ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਨਾਭੀ ਦੇ ਵਿੱਚੋਂ ਚੰਡਾ ਪ੍ਰਗਟ ਹੋਇਆ, ਅਗਨੀ ਪ੍ਰਗਟ ਹੋਈ। ਵੇਖਦਿਆਂ ਸਾਰੀ ਚਿਖਾ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਾਭੀ ਦੇ ਵਿੱਚੋਂ ਪ੍ਰਗਟ ਹੋਈ ਅਗਨੀ ਦੇ ਲਪੇਟੇ ਦੇ ਵਿੱਚ ਆ ਗਈ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜਾਣ ਤੋਂ ਪਹਿਲਾਂ ਬਚਨ ਕੀਤਾ ਸੀ ਕਿ ਕਿਸੇ ਨੇ ਵੀ ਸਾਡਾ ਅੰਗੀਠਾ ਨਾ ਫਰੋਲਣਾ, ਕਿਸੇ ਨੇ ਵੀ ਅੰਦਰ ਆ ਕੇ ਝਾਤ ਨਾ ਪਾਉਣੀ। ਪਰ ਲਗਾਤਾਰ ਕੀਰਤਨ ਹੁੰਦਾ ਰਿਹਾ। ਗੁਰੂ ਕੇ ਸਿੰਘ ਵੈਰਾਗ ਦੇ ਵਿੱਚ ਭਿੱਜੇ। ਅਖੀਰ ਅੰਮ੍ਰਿਤ ਵੇਲੇ ਭਾਈ ਸੰਤੋਖ ਸਿੰਘ, ਧੰਨ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਹੋਣਾ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਜਦੋਂ ਅੰਦਰ ਜਾ ਕੇ ਅੰਗੀਠਾ ਫਰੋਲਣਾ ਚਾਹਿਆ ਤੇ ਖਾਲਸਾ ਜੀ ਅੰਦਰ ਅਸਤ ਨਜ਼ਰ ਨਹੀਂ ਆਏ, ਅੰਦਰ ਅਸਤੀਆਂ ਨਜ਼ਰ ਨਹੀਂ ਆਈਆਂ, ਬਲਕਿ ਅੰਦਰੋਂ ਇੱਕ ਛੋਟੀ ਸ਼੍ਰੀ ਸਾਹਿਬ ਪ੍ਰਾਪਤ ਹੋਈ। ਉਸ ਸ਼੍ਰੀ ਸਾਹਿਬ ਦੇ ਅੱਜ ਵੀ ਸ਼੍ਰੀ ਹਜੂਰ ਸਾਹਿਬ ਵਿਖੇ ਦੀਦਾਰੇ ਹੋ ਜਾਂਦੇ ਆ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਤਰ੍ਹਾਂ ਜੋਤੀ ਜੋਤ ਸਮਾਏ। ਪਰ ਇਹ ਇਤਿਹਾਸ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਸਿੱਖਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ। ਕਹਿੰਦੇ ਸਤਿਗੁਰੂ ਚਿਖਾ ਤੇ ਬੈਠਣ ਤੋਂ ਪਹਿਲਾਂ ਗੁਰੂ ਗ੍ਰੰਥ ਦੀ ਤਾਬਿਆ ਬੈਠ ਕੇ ਗਏ। ਜਿਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ 5ਵੇਂ ਜਾਮੇ ਦੇ ਵਿੱਚ
ਤਾਬਿਆ ਬਿਠਾਇਆ। ਅੱਜ 10ਵੇਂ ਜਾਮੇ ਵਿੱਚ ਸਿੱਖ ਨੂੰ ਤਾਬਿਆ ਨਹੀਂ ਬਿਠਾਇਆ, 10ਵੇਂ ਜਾਮੇ ਵਿੱਚ ਸਤਿਗੁਰੂ ਖੁਦ ਤਾਬਿਆ ਬੈਠੇ ਤੇ ਸਮਝਾ ਦਿੱਤਾ ਸਿੱਖਾ। 5ਵੇਂ ਜਾਮੇ ਵਿੱਚ ਤੈਨੂੰ ਤਾਬਿਆ ਬਿਠਾਇਆ ਸੀ, ਸਮਝਾਇਆ ਸੀ ਕਿ ਗੁਰੂ ਨਾਨਕ ਇਸ ਸ਼ਬਦ ਵਿੱਚ ਵਸਦਾ ਹੈ। ਅੱਜ ਮੈਂ ਵੀ ਇਹਦੀ ਤਾਬਿਆ ਬਹਿ ਕੇ ਚੋਰ ਕਰਕੇ ਚੱਲਿਆ। ਚੇਤੇ ਰੱਖੀ, ਜੇ ਸ਼ਬਦ ਦੇ ਲੜ ਲੱਗਿਆ ਰਵੇਂਗਾ, ਕਲਗੀਆਂ ਵਾਲਾ ਤੇਰੇ ਤੋਂ ਕਦੇ ਵੱਖ ਨਹੀਂ ਹੋਵੇਗਾ। ਖਾਲਸਾ ਜੀ, ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਏ। ਪਰ ਜੋ ਸਤਿਗੁਰਾਂ ਦੇ ਬਚਨ ਸਨ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਬਾਬਾ ਰਾਮ ਕੋਇਰ ਹੋਣਾ ਨੂੰ ਕਿ ਸਿੱਖੋ, ਜਦੋਂ ਵੀ ਆਵਾਜ਼ ਲਾਵੋਗੇ ਕਲਗੀਆਂ ਵਾਲਾ ਤੁਹਾਡੇ ਵਿੱਚ ਹੀ ਹੋਵੇਗਾ। ਬਾਬਾ ਰਾਮ ਕੋਇਰ ਬਾਬਾ ਬੁੱਢਾ ਜੀ ਦੀ ਵੰਸ਼ਜ ਭੁੱਬਾ ਮਾਰ ਕੇ ਰੋਇਆ ਸੀ ਤੇ ਕਲਗੀਆਂ ਵਾਲੇ ਨੇ ਕਿਹਾ ਤੁਸੀਂ ਰਮਦਾਸ ਚਲੇ ਜਾਓ, ਬੀੜ ਬਾਬਾ ਬੁੱਢਾ ਸਾਹਿਬ ਜਾਇਓ, ਇਕਾਂਤ ਵਿੱਚ ਇਕੱਲੇ ਜਾਇਆ ਕਰਿਓ, ਇਕੱਲੇ ਜਾ ਕੇ ਮੈਨੂੰ ਆਵਾਜ਼ ਲਾਇਓ, ਮੈਂ ਬੀੜ ਸਾਹਿਬ ਦੇ ਵਿੱਚ ਦਰਸ਼ਨ ਦਿਆ ਕਰਾਂਗਾ। ਸਤਿਗੁਰੂ ਕਿਤੇ ਵੱਖ ਨਹੀਂ, ਇਹ ਸੱਚ ਹੈ। ਅੱਜ ਵੀ ਹਜੂਰ ਸਾਹਿਬ ਆਪਾਂ ਜਾ ਕੇ ਦਰਸ਼ਨ ਕਰ ਸਕਦੇ। ਰਤਨਗੜ੍ਹ ਬਾਬੇ ਰਤਨਦਾਸ ਨੂੰ ਕਲਗੀਆਂ ਵਾਲੇ ਨੇ ਜੋਤੀ ਜੋਤ ਸਮਾਉਣ ਤੋਂ ਬਾਅਦ ਦਰਸ਼ਨ ਦਿੱਤੇ। ਧੰਨ ਬਾਬਾ ਨਿਧਾਨ ਸਿੰਘ ਜੀ ਲੰਗਰ ਸਾਹਿਬ ਵਾਲਿਆਂ ਨੂੰ, ਬਾਬਾ ਅਤਰ ਸਿੰਘ ਜੀ, ਉਹਨਾਂ ਨੂੰ ਜੋਤੀ ਜੋਤ ਸਮਾਉਣ ਤੋਂ ਬਾਅਦ ਸਾਹਿਬ ਨੇ ਦਿਦਾਰੇ ਬਖਸ਼ੇ। ਜਿਹੜਾ ਦਰਸ਼ਨਾਂ ਦੀ ਤਾਂਗ ਰੱਖ ਕੇ ਗੁਰੂ ਗ੍ਰੰਥ ਅੱਗੇ ਝੁਕੇਗਾ, ਉਹਨੂੰ ਤਾਬਿਆ ਤੇ ਬੈਠਾ ਕੋਈ ਪਾਠੀ ਨਜ਼ਰ ਨਹੀਂ ਆਵੇਗਾ, ਕਲਗੀਆਂ ਵਾਲਾ ਹੀ ਨਜ਼ਰ ਆਵੇਗਾ। ਧੰਨ ਗੁਰੂ ਅਰਜਨ ਦੇਵ ਜੀ ਨੇ ਕਿਹਾ, ਕਹਿੰਦੇ ਅੱਜ ਲੋਕ ਦੁੱਖ ਮਟਾਉਣ ਖਾਤਰ ਆਉਂਦੇ ਆ, ਲੋਕ ਆਪਣੀ ਵਡਿਆਈ ਮੰਗਣ ਲਈ ਆਉਂਦੇ ਆ। ਸਤਿਗੁਰੂ ਕਹਿੰਦੇ ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹੋਮੈ ਛੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾਂ ਕੀ ਸਰਨੀ ਪਰੈ। ਕਹਿੰਦੇ ਗੁਰੂ ਗ੍ਰੰਥ ਸਾਹਿਬ ਅੱਗੇ ਕੋਈ ਦੁੱਖ ਮਟਾਉਣ ਦੀ ਅਰਦਾਸ ਕਰੇ, ਸਤਿਗੁਰੂ ਦੁੱਖ ਵੀ ਕੱਟਦੇ ਆ। ਕੋਈ ਮੰਗੇ ਮੈਨੂੰ ਵਡਿਆਈ ਮਿਲ ਜਾਵੇ, ਕਹਿੰਦੇ ਉਹਨੂੰ ਵਡਿਆਈ ਵੀ ਮਿਲ ਜਾਵੇਗੀ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਸਤਿਗੁਰੂ ਦੇ ਦੀਦਾਰਿਆਂ ਦੀ ਤਾਂਗ ਰੱਖੇਗਾ ਨਾ, ਜਿਹੜਾ ਸਤਿਗੁਰੂ ਦੇ ਦੀਦਾਰਿਆਂ ਦੀ ਪਿਆਸ ਜਗਾਵੇਗਾ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਧੰਨ ਗੁਰੂ ਅਰਜਨ ਦੇਵ ਕਹਿੰਦੇ ਮੈਂ ਉਹ ਸਿੱਖ ਦੇ ਚਰਨ ਚੁੰਮਾਂਗਾ, ਉਹਦੇ ਤੋਂ ਵਾਰੇ ਵਾਰੇ ਚਲਿਆ ਜਾਵਾਂਗਾ। ਨਾਨਕ ਤਾਂ ਕਹਿ ਬਲ ਬਲ ਜਾਸਾ। ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ, ਕਲਗੀਧਰ ਸਵਾਮੀ ਜੀ ਕਿਰਪਾ ਕਰਿਓ। ਜੋ ਖਾਲਸਾ ਆਪ ਜੀ ਨੇ ਸਾਜਿਆ, ਜੋ ਸਿੱਖੀ ਦੀ ਗੁੜਤੀ ਆਪ ਜੀ ਨੇ ਦਿੱਤੀ, ਉਹ ਸਿੱਖੀ ਦੀ ਦਾਤ ਸਾਡੀ ਝੋਲੀ ਵਿੱਚ ਪੈ ਜਾਵੇ। ਹੋਈਆਂ ਤਮਾਮ ਭੁੱਲਾਂ ਦੀ ਖਿਮਾ ਆਪ ਸਭ ਸੰਗਤ ਦਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ। ਸੰਤ ਬਾਬਾ ਮਹਿੰਦਰ ਸਿੰਘ ਜੀ ਸਜੇ, ਬਾਬਾ ਲੱਖਾ ਸਿੰਘ ਜੀ, ਬਾਬਾ ਮਹਿੰਦਰ ਸਿੰਘ ਜੀ ਉਹਨਾਂ ਨੇ ਖੁਦ ਹਜੂਰ ਸਾਹਿਬ ਦੀ ਧਰਤੀ ਤੇ ਸੱਚਖੰਡ ਵਿਖੇ ਮਹਾਨ ਕਾਰ ਸੇਵਾ ਦੇ ਵਿੱਚ ਸੇਵਾ ਨਿਭਾਈ ਹੈ। ਮਹਾਂਪੁਰਖਾਂ ਦੇ ਆਪਾਂ ਦੀਦਾਰੇ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ